Welcome back to my channel Core IELTS RJ Tera, and in this video I'm going to teach you about the map skills, how to write a perfect map of approximately 7 to 8 band score, and what kind of languages you should use in your map. So this is the part 1 of this video. In the part 2 I will also upload the sample answer and some more content, so keep watching both videos. Let's start it. Map language. First of all, in the north ਐਂਡ ਟੂ ਦ ਸਾਊਥ, ਜੇ ਆਪਾਂ ਇਹਨਾਂ ਦੋਨਾਂ ਨੂੰ ਕੰਪੈਰੀਜ਼ਨ ਕਰੀਏ, ਸੌਰੀ, ਟੂ ਦ ਨਾਰਥ ਐਂਡ ਇਨ ਦ ਨਾਰਥ, ਸੋ ਇਨ ਦ ਨਾਰਥ ਮਤਲਬ ਇਨ ਪ੍ਰੈਪੋਜੀਸ਼ਨ ਤੁਸੀਂ ਕਦੋਂ ਲਾਉਣੀ ਹੈ? ਜਦੋਂ ਵਿਦ ਐਨ ਏਰੀਆ ਦੀ ਗੱਲ ਕਰ ਰਹੀ ਹੈ, ਉਦੋਂ ਆਪਾਂ ਕੀ ਕਰ ਰਹੀਏ? ਇਨ ਦ ਨਾਰਥ ਯੂਜ਼ ਕਰਨਾ ਹੈ। ਐਗਜ਼ਾਮਪਲ ਦੇ ਤੌਰ ਤੇ ਕੈਲੀਫੋਰਨੀਆ ਇਜ਼ ਇਨ ਦ ਨਾਰਥ ਆਫ ਦ ਯੂਨਾਈਟਿਡ ਸਟੇਟ, ਕਿ ਕੈਲੀਫੋਰਨੀਆ ਕੀ ਹੈ? ਯੂਨਾਈਟਿਡ ਸਟੇਟ ਦੇ ਨਾਰਥ ਵਿੱਚ ਹੈ। ਜਦੋਂ ਆਪਾਂ ਇੱਕ ਚੀਜ਼ USA ਜਿਹੜਾ, ਦੇਖੋ US ਹੈ ਯੂਨਾਈਟਿਡ ਸਟੇਟ, US ਇੱਕ ਬਹੁਤ ਵੱਡੀ ਕੰਟਰੀ ਹੈ, ਉਹਦੇ ਵਿੱਚ, ਉਸ ਕੰਟਰੀ ਦੇ ਵਿੱਚ ਜਿਹੜਾ ਕੈਲੀਫੋਰਨੀਆ ਹੈ ਉਹ ਕੀ ਹੈ? ਨਾਰਥ ਦੀ ਤਰਫ ਪਾਇਆ ਜਾਂਦਾ ਹੈ। ਜਦੋਂ ਆਪਾਂ ਕਿਸੇ ਏਰੀਆ ਦੇ ਵਿੱਚ ਦੀ ਗੱਲ ਕਰੀਏ, ਫੋਰ ਐਗਜ਼ਾਮਪਲ ਕੋਈ ਸਕੂਲ ਆ, ਸਕੂਲ ਦੇ ਵਿੱਚ ਇੱਕ ਫੁੱਲ ਮਤਲਬ ਏਰੀਆ ਹੈਗਾ, ਉਸ ਦੇ ਵਿੱਚ ਜਦੋਂ ਆਪਾਂ ਲਾਇਬ੍ਰੇਰੀ ਜਾਂ 12th ਕਲਾਸ ਜਾਂ 11th ਕਲਾਸ ਜਾਂ ਫਿਰ ਪ੍ਰਿੰਸੀਪਲ ਆਫਿਸ ਦੀ ਡਾਇਰੈਕਸ਼ਨ ਦੱਸਣੀ ਹੈ, ਉਦੋਂ ਆਪਾਂ ਇਨ ਦਾ ਵਰਡ ਯੂਜ਼ ਕਰਨਾ ਹੈ, ਠੀਕ ਹੈ। ਔਰ ਜਾਂ ਫਿਰ ਜਦੋਂ ਆਪਾਂ ਉਸ ਏਰੀਆ ਤੋਂ ਬਾਹਰ ਦੀ ਗੱਲ ਦੱਸਣੀ, ਜਿਵੇਂ ਆਪਾਂ ਕਿ ਰੈਜ਼ੀਡੈਂਸ਼ੀਅਲ ਏਰੀਆ ਤੇ ਸਕੂਲ ਦੋਨਾਂ ਨੂੰ ਆਪਸ ਦੇ ਵਿੱਚ ਦੱਸਣਾ ਹੈ, ਸੋ ਦੋਨੋਂ ਅਲੱਗ-ਅਲੱਗ ਹੈ। ਸਕੂਲ ਦੇ ਵਿੱਚ ਲੋਕੀ ਘਰ ਬਣਾ ਕੇ ਨਹੀਂ ਰਹਿ ਸਕਦੇ, ਰਾਈਟ? ਸੋ ਰੈਜ਼ੀਡੈਂਸ਼ੀਅਲ ਏਰੀਆ ਐਂਡ ਸਕੂਲ ਬੋਥ ਆਰ ਡਿਫਰੈਂਟ, ਸੋ ਦੈਟਸ ਵਾਈ ਉਦੋਂ ਆਪਾਂ ਕੀ ਯੂਜ਼ ਕਰਾਂਗੇ? ਟੂ। ਜਦੋਂ ਆਪਾਂ ਉਸ ਦੀ ਡਾਇਰੈਕਸ਼ਨ ਜਾਂ ਲੋਕੇਸ਼ਨ ਦੱਸਾਂਗੇ ਉਦੋਂ ਆਪਾਂ ਟੂ ਯੂਜ਼ ਕਰਾਂਗੇ। ਸੋ ਹੋਪ ਯੂ ਦ ਮੀਨਿੰਗ ਇਨ ਔਰ ਟੂ ਆਪਾਂ ਕਿਵੇਂ ਯੂਜ਼ ਕਰਨਾ ਉਹਦਾ ਕਲੀਅਰ ਹੈ। ਸੋ ਉੱਦਾਂ ਹੀ ਇਸ ਦੀ ਸਟਰਕਚਰ ਜੇ ਆਪਾਂ ਦੇਖੀਏ ਗ੍ਰਾਮੈਟਿਕਲੀ ਤਾਂ ਕੀ ਬਣੂਗੀ? ਸਬਜੈਕਟ ਪਲੱਸ ਹੈਲਪਿੰਗ ਵਰਬ। ਸਬਜੈਕਟ ਇਹਦੇ ਵਿੱਚ ਕੀ ਹੈ? ਕੈਲੀਫੋਰਨੀਆ ਇਜ਼ ਦਾ ਸਬਜੈਕਟ, ਓਕੇ। ਦੈਨ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੈਲਪਿੰਗ ਵਰਬ ਯੂਜ਼ ਕਰਨੀ ਹੈ, ਇਜ਼ ਦਾ ਹੈਲਪਿੰਗ ਵਰਬ। ਔਰ ਉਸ ਤੋਂ ਬਾਅਦ ਤੁਸੀਂ ਕੀ ਕਰਨੀ ਹੈ? ਡਾਇਰੈਕਸ਼ਨ ਯੂਜ਼ ਕਰਨੀ ਹੈ। ਜੇ ਤਾਂ ਤੁਸੀਂ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਕਿਸੇ ਲੋਕੇਸ਼ਨ ਨੂੰ ਦੱਸ ਰਹੇ ਹੋ, ਦੈਨ ਤਾਂ ਤੁਸੀਂ ਇਨ ਯੂਜ਼ ਕਰੋਗੇ। ਜੇ ਉਹ ਦੋ ਅਲੱਗ-ਅਲੱਗ ਏਰੀਆਜ਼ ਨੂੰ ਆਪਸ ਦੇ ਵਿੱਚ ਉਹਨਾਂ ਨੂੰ ਲੋਕੇਟ ਕਰਕੇ ਦੱਸ ਰਹੇ ਹੋ, ਦੈਨ ਤੁਸੀਂ ਟੂ ਯੂਜ਼ ਕਰੋਗੇ। ਸੋ ਨੈਕਸਟ ਐਗਜ਼ਾਮਪਲ ਦੇਖ ਲੈਂਦੇ ਟੂ ਦਾ ਨਾਰਥ, ਟੂ ਬੀ ਯੂਜ਼ਡ ਫॉर ਕੰਪੈਰੀਜ਼ਨ। ਆ ਦੇਖੋ, ਜਦੋਂ ਆਪਾਂ ਟੂ ਯੂਜ਼ ਕਰਾਂਗੇ ਉਦੋਂ ਆਪਾਂ ਇਸ ਨੂੰ ਕੰਪੈਰੀਜ਼ਨ ਦੇ ਲਈ ਯੂਜ਼ ਕਰਾਂਗੇ, ਜਾਂ ਫਿਰ ਆਊਟਸਾਈਡ ਐਨ ਏਰੀਆ, ਜਾਂ ਫਿਰ ਇੱਕ ਏਰੀਆ ਤੋਂ ਬਾਹਰ ਦਾ ਯੂਜ਼ ਕਰਾਂਗੇ। ਚਾਈਨਾ ਇਜ਼ ਟੂ ਦਾ ਨਾਰਥ ਆਫ ਵੀਅਤਨਾਮ, ਜਿਹੜਾ ਚਾਈਨਾ ਹੈ ਉਹ ਵੀਅਤਨਾਮ ਦੇ ਬਾਹਰ ਹੈ, ਠੀਕ ਹੈ। ਸੋ ਉਹਨਾਂ ਨੇ ਕਿਹਾ ਕਿ ਦੋਨੋਂ ਆਪਸ 'ਚ ਕੀ ਹੈ? ਇੱਕ ਦੂਜੇ ਦੇ ਨਾਰਥ ਦੇ ਵਿੱਚ ਆ। ਸੋ ਇਸ ਲਈ ਤੁਸੀਂ ਯੂਜ਼ ਕਰਨ 'ਚ ਇੱਕ ਏਰੀਆ ਪਰਟੀਕੂਲਰ, ਉਸ ਏਰੀਆ ਦੇ ਅੰਦਰ ਕੋਈ ਚੀਜ਼ ਨੂੰ ਆਪਾਂ ਲੋਕੇਟ ਕਰ ਰਹੇ ਹਾਂ ਤਾਂ ਉਦੋਂ ਤੁਸੀਂ ਇਨ ਦਾ ਨਾਰਥ ਯੂਜ਼ ਕਰੋਗੇ। ਜੇ ਦੋ ਅਲੱਗ-ਅਲੱਗ ਏਰੀਆਜ਼ ਨੂੰ ਕੰਪੈਰੀਜ਼ਨ ਕਰਕੇ ਉਹਨਾਂ ਦੀ ਲੋਕੇਸ਼ਨ ਦੱਸ ਰਹੇ ਹਾਂ ਉਦੋਂ ਆਪਾਂ ਟੂ ਯੂਜ਼ ਕਰਾਂਗੇ। ਨੈਕਸਟ, ਦੋ ਅਲੱਗ-ਅਲੱਗ ਡਾਇਰੈਕਸ਼ਨਸ ਨੂੰ ਇੱਕ ਨਾਲ ਲਿਖਣਾ ਆਪਾਂ। ਸੋ ਟੂ ਦਾ ਸਾਊਥ ਵੈਸਟ, ਟੂ ਦਾ ਨਾਰਥ ਵੈਸਟ, ਟੂ ਦਾ ਸਾਊਥ ਈਸਟ ਨਾਰਥ, ਕਿਵੇਂ ਵੀ ਤੁਸੀਂ ਲਿਖਣਾ, ਬਟ ਮੇਕ ਸ਼ੋਰ ਕਿ ਤੁਹਾਡਾ ਦੋਨੇ ਇੱਕ ਸਿੰਗਲ ਵਰਡ ਹੋਵੇ, ਇਹਦੇ ਵਿੱਚ ਕੋਈ ਸਪੇਸ ਨਹੀਂ ਹੋਣਾ ਚਾਹੀਦਾ। ਐਗਜ਼ਾਮਪਲ ਦੇ ਤੌਰ ਤੇ ਦਾ ਐਂਟਰੈਂਸ ਵਾਜ਼ ਮੂਵਡ ਟੂ ਦਾ ਸਾਊਥ ਵੈਸਟ ਆਫ ਦਾ ਬਿਲਡਿੰਗ, ਜਿਹੜੀ ਐਂਟਰੈਂਸ ਹੈ ਉਹ ਬਿਲਡਿੰਗ ਦੇ ਸਾਊਥ ਵੈਸਟ ਦੇ ਬੰਨੀ ਮੂਵ ਹੋ ਗਈ ਹੈ, ਰਾਈਟ? ਨੈਕਸਟ, ਲੈਂਗੁਏਜ ਆਫ ਲੋਕੇਸ਼ਨ। ਲੋਕੇਸ਼ਨ ਦੀ ਜਦੋਂ ਆਪਾਂ ਲੈਂਗੁਏਜ ਦੇਣੀ ਹੈ, ਸੋ ਬੀ ਲੋਕੇਟਡ, ਸਿਚੁਏਟਡ ਇਨ, ਸੋ ਇਹਨਾਂ ਦੋਨੋਂ ਵਿੱਚ ਆਪਾਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਇਹਦਾ ਐਗਜ਼ਾਮਪਲ ਆ ਦ ਸ਼ਾਪਿੰਗ ਮਾਲ ਵਾਜ਼ ਲੋਕੇਟਡ ਜਾਂ ਫਿਰ ਸਿਚੁਏਟਡ ਇਨ ਦ ਸੈਂਟਰ ਆਫ ਦ ਸਿਟੀ। ਜਿਹੜਾ ਸ਼ਾਪਿੰਗ ਮਾਲ ਸਿਟੀ ਦੇ ਸੈਂਟਰ ਦੇ ਵਿੱਚ ਲੋਕੇਟ ਕਰਦਾ ਸੀ, ਪਹਿਲਾਂ ਹੁੰਦਾ ਸੀ। ਵਾਜ਼ ਨੌਕਡ ਡਾਊਨ ਹੁੰਦਾ ਕਿਸ ਚੀਜ਼ ਦਾ? ਢਹਿ ਜਾਣਾ, ਟੀਅਰ ਡਾਊਨ ਹੋ ਜਾਣਾ। ਹੋਪ ਤੁਸੀਂ ਮੇਰੀ ਵੋਕੈਬਲਰੀ ਵਾਲੀ ਵੀਡੀਓਜ਼ ਦੇਖੀ ਹੋਣੀ ਆ। ਫਸਟ ਡੇ ਦੀ ਜਿਹੜੀ ਵੋਕੈਬਲਰੀ ਆ ਉਹਦੇ ਵਿੱਚ ਮੈਂ ਟੀਅਰ ਡਾਊਨ ਤੇ ਨੌਕ ਡਾਊਨ ਨੂੰ ਕਲੀਅਰਲੀ ਐਕਸਪਲੇਨ ਕੀਤਾ ਕਿ ਤੁਸੀਂ ਕਿੱਦਾਂ ਉਸ ਨੂੰ ਯੂਜ਼ ਕਰ ਸਕਦੇ ਹੋ। ਉਸ ਦਾ ਮੈਂ ਜਿਹੜਾ ਆਈ ਬਟਨ ਹੈ ਉਹ ਮੈਂ ਉੱਪਰ ਦੇ ਰਹੀ ਹਾਂ, ਸੋ ਯੂ ਕੈਨ ਯੂਜ਼ ਦੈਟ ਟੂ ਵਾਚ ਦੈਟ ਵੀਡੀਓ। ਸੋ ਨੌਕ ਡਾਊਨ ਹੁੰਦਾ ਹੈ ਕਿਸੇ ਚੀਜ਼ ਦਾ ਢਹਿ ਜਾਣਾ। ਟੀਅਰ ਡਾਊਨ, ਟੂ ਮੇਕ ਅ ਵੇ ਫॉर ਅ ਨਿਊ ਯੂਨੀਵਰਸਿਟੀ। ਕਿਉਂ ਕਰਤਾ ਸੀ? ਕਿਉਂਕਿ ਉਹਨਾਂ ਨੇ ਇੱਕ ਵੇ ਬਣਾਉਣਾ ਸੀ ਯੂਨੀਵਰਸਿਟੀ ਨੂੰ ਦੇਣ ਦੇ ਲਈ। ਨਾਓ ਮੋਸਟ ਇੰਪੋਰਟੈਂਟ ਇਜ਼ ਦੈਟ ਜਦੋਂ ਕਿਸੇ ਚੀਜ਼ ਨੂੰ ਵੇ ਦੇਣਾ ਹੋਵੇ ਉਦੋਂ ਤੁਸੀਂ ਇਹੀ ਲਿਖਣਾ ਟੂ ਮੇਕ ਵੇ ਫੋਰ, ਠੀਕ ਹੈ। ਸੋ ਉਸ ਤੋਂ ਅੱਗੇ ਉਹ ਜਿਸ ਚੀਜ਼ ਨੂੰ ਵੇ ਦੇਣਾ, ਲਾਈਕ ਸਕੂਲ ਨੂੰ ਦੇਣਾ, ਯੂਨੀਵਰਸਿਟੀ ਨੂੰ ਦੇਣਾ ਹੈ, ਸ਼ਾਪਿੰਗ ਮਾਲ ਜਾਂ ਮਾਰਕੀਟ ਨੂੰ ਵੇ ਦੇਣਾ ਹੈ, ਸੋ ਉਸ ਚੀਜ਼ ਨੂੰ ਤੁਸੀਂ ਅੱਗੇ ਲਿਖ ਸਕਦੇ ਹੋ। ਨੈਕਸਟ ਵਨ, ਅਪੋਜ਼ਿਟ। A restaurant has been built on the opposite side of the road where the shop used to be. Yes, ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਸੋਹਣੀ ਸਟਰਕਚਰ ਹੈ, ਤੁਸੀਂ ਅੱਛੇ ਬੈਂਡ ਸਕੋਰ ਲੈ ਸਕਦੇ ਹੋ। ਸਭ ਤੋਂ ਪਹਿਲਾਂ ਇਹ ਰੈਸਟੋਰੈਂਟ ਹੈਜ਼ ਟੂ ਬੀ ਬਿਲਟ, ਇੱਕ ਰੈਸਟੋਰੈਂਟ ਬਣਾਇਆ ਗਿਆ ਹੈ ਔਨ ਦਾ ਅਪੋਜ਼ਿਟ ਸਾਈਡ ਆਫ, ਸੋ ਅਪੋਜ਼ਿਟ ਜਸਟ ਉਸ ਦੇ ਰਿਵਰਸ ਸਾਈਡ ਰੋਡ ਦੇ, ਵੇਅਰ ਦਾ ਸ਼ਾਪ ਯੂਜ਼ਡ ਟੂ ਬੀ, ਜਿੱਥੇ ਕਿ ਪਹਿਲਾਂ ਸ਼ਾਪਸ ਹੁੰਦੀਆਂ ਸੀਗੀਆਂ।
जे नॉर्मली स्टूडेंट ਜਿਹੜੇ ਹੈ ਉਹ ਲਿਖਦੇ ਆ ਵੇਅਰ ਦ ਸ਼ਾਪ ਇਨ 2010 ਔਰ ਇਨ 2011 ਸੋ ਇੰਨਾ ਜ਼ਿਆਦਾ ਨਹੀਂ ਲਿਖਣਾ ਰਾਈਟਿੰਗ ਦੇ ਵਿੱਚ ਆਲਵੇਜ਼ ਤੁਸੀਂ ਘੱਟ ਲਿਖਣਾ ਬਟ ਇੰਪ੍ਰੈਸਿਵ ਲਿਖਣਾ ਐਂਡ ਉਸਨੂੰ ਐਗਜ਼ਾਮੀਨਰ ਨੂੰ ਦੱਸਣਾ ਹੈ ਕਿ ਵੀ ਹੈਵ ਦ ਨੌਲੇਜ ਆਫ ਗ੍ਰਾਮਰ ਵੀ ਹੈਵ ਦ ਨੌਲੇਜ ਆਫ ਡਿਫਰੈਂਟ ਕਾਈਂਡ ਆਫ ਸੈਂਟੈਂਸਸ ਸੋ ਤੁਸੀਂ ਉੱਥੇ ਇੱਕ ਈਅਰ ਪਾਉਣ ਦੀ ਬਜਾਏ ਤੁਸੀਂ ਲਿਖ ਸਕਦੇ ਹੋ ਵੇਅਰ ਦ ਸ਼ਾਪ ਯੂਜ਼ਡ ਟੂ ਬੀ ਸੋ next let's move next to ਦਾ ਮਤਲਬ ਹੁੰਦਾ ਹੈ a new car park has been constructed next to the hotel ਕਿ ਜਸਟ ਉਸਦੇ ਨਾਲ ਵਾਲਾ ਜਿਹੜਾ ਨੈਕਸਟ ਟੂ ਡੋਰ ਜਿੱਦਾਂ ਆਪਾਂ ਨੇਬਰਸ ਹੈ ਮੋਸਟਲੀ ਸਪੀਕਿੰਗ ਦੇ ਵਿੱਚ ਆਪਾਂ ਨੇਬਰਸ ਦੀ ਗੱਲ ਕਰਦੇ ਹਾਂ ਤੁਸੀਂ ਆਪਾਂ ਕਹਿੰਦੇ ਆਈ ਲਾਈਕ ਦ ਨੇਬਰ ਨੈਕਸਟ ਟੂ ਮਾਈ ਡੋਰ ਕਿ ਮੇਰੇ ਘਰ ਦੇ ਨਾਲ ਵਾਲਾ ਜਿਹੜਾ ਘਰ ਹੈ ਉਸੇ ਨੇਬਰਸ ਨੂੰ ਮੈਂ ਲਾਈਕ ਕਰਦਾ ਉੱਦਾਂ ਹੀ ਇੱਥੇ ਵੀ ਨੈਕਸਟ ਟੂ ਦਾ ਉਹੀ ਮਤਲਬ ਹੈ ਕਿ ਇੱਕ ਨਿਊ ਕਾਰ ਪਾਰਕ ਬਣਾਤਾ ਨੈਕਸਟ ਟੂ ਹੋਟਲ ਦੇ ਬਿਲਕੁਲ ਨਾਲ ਤਰਫ ਅਲੋਂਗ देयर वॉज अ साइड वॉक अलॉन्ग द रिवर अलॉन्ग जिद्दां ਆਪਾਂ टास्क 2 ਦੇ ਵਿੱਚ अलॉन्ग विद दिस ਇਸ ਤੋਂ ਸਟਰਕਚਰ ਬਣਾਉਂਦੇ ਆ ਕੋਹੀਜ਼ਨ ਕੋਹਰੈਂਸ ਦੀ ਬਹੁਤ ਹੀ ਪ੍ਰੀਟੀ ਤੇ ਵਧੀਆ ਇੰਪ੍ਰੈਸਿਵ ਸਟਰਕਚਰ ਹੁੰਦੀ ਹੈ ਸੋ अलॉन्ग ਦਾ ਮਤਲਬ ਹੁੰਦਾ ਨਾਲ ਹੀ ਸੋ ਇਸ ਟਾਈਪ ਨਾਲ देयर वॉज अ न्यू साइड वॉक अलॉन्ग द रिवर ਕਿ ਰਿਵਰ ਦੇ ਨਾਲ ਹੀ ਇੱਕ ਵਾਕਿੰਗ ਏਰੀਆ ਬਣਾਤਾ across from the park is across from the school ਕਿ ਪਾਰਕ ਸਕੂਲ ਤੋਂ ਸਕੂਲ ਨੂੰ ਮਤਲਬ ਕ੍ਰਾਸ ਕਰਕੇ ਫਿਰ ਉਹ ਇੱਕ ਪਾਰਕ ਆ ਰਿਹਾ ਇਹ ਵੀ ਬਹੁਤ ਇੱਕ ਬਿਊਟੀਫੁਲ ਪ੍ਰੈਪੋਜੀਸ਼ਨ ਹੈ ਯੂ ਕੈਨ ਯੂਜ਼ ਨਾਓ ਦ ਮੋਸਟ ਇੰਪੋਰਟੈਂਟ grammar. The grammar for map is quite simple that you should use passive voice in past tense ਉਹਨਾਂ ਨੇ ਕਿਹਾ ਕਿ ਜਿਹੜੀ ਮੈਪ ਦੇ ਲਈ ਗ੍ਰਾਮਰ ਉਹ ਬਹੁਤ ਜ਼ਿਆਦਾ ਸਿੰਪਲ ਹੁੰਦੀ ਹੈ ਪਰ ਤੁਹਾਨੂੰ ਪੈਸਿਵ ਦੇ ਲਈ ਤੁਸੀਂ ਸੌਰੀ ਪਾਸਟ ਟੈਂਸ ਦੇ ਲਈ ਤੁਸੀਂ ਪੈਸਿਵ ਵੌਇਸ ਯੂਜ਼ ਕਰ ਸਕਦੇ ਹੋ ਪ੍ਰੈਜ਼ੈਂਟ ਟੈਂਸ ਦੇ ਲਈ there is some mistake tense so present tense ਦੇ ਲਈ ਵੀ ਤੇ future tense ਦੇ ਲਈ ਵੀ ਉਹਦੀਆਂ ਕੁਝ ਮਤਲਬ ਜਸਟ ਇੱਕ normal view ਹੈ क्विक लुक है ਇਹਦੀਆਂ ਸਟਰਕਚਰਸ ਤੇ ਤੁਸੀਂ ਇਹਨੂੰ ਦੇਖੋ ਸੋ ਫਸਟ ਆਫ ਆਲ ਆਬਜੈਕਟ ਲਿਖਣਾ ਹੈ ਇਜ਼ ਆਰ ਯੂਜ਼ ਕਰਨਾ ਹੈ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਇਹਨਾਂ ਸਭ ਨੂੰ ਮੈਂ ਐਗਜ਼ਾਮਪਲਸ ਦੇ ਤੌਰ ਤੇ ਇੱਕ ਫਾਰਮੈਟ ਦੇ ਵਿੱਚ ਤੁਹਾਨੂੰ ਨੈਕਸਟ ਇਸ ਤੋਂ ਬਾਅਦ ਐਕਸਪਲੇਨ ਕਰੂੰਗੀ ਉਸ ਤੋਂ ਬਾਅਦ ਆ ਰਹੀ ਹੈ ਆਬਜੈਕਟ ਪਲੱਸ ਹੈਜ਼ ਹੈਵ ਪਲੱਸ ਵਰਬ ਦੀ ਥਰਡ ਫਾਰਮ ਸਬਜੈਕਟ ਦੈਟ ਇਜ਼ ਕਾਲਡ ਪ੍ਰੈਜ਼ੈਂਟ ਪਰਫੈਕਟ ਉਸ ਤੋਂ ਬਾਅਦ ऑब्जेक्ट was were plus verb ਦੀ थर्ड फॉर्म plus subject ਇਹ ਹੈਗਾ past ਦਾ ਐਂਡ past ਦੇ ਵਿੱਚ ਆਪਾਂ ਇੱਕ ਹੋਰ ਟਾਈਪ ਨਾਲ ਯੂਜ਼ ਕਰ ਸਕਦੇ ਹਾਂ had ਜਿੱਦਾਂ ਆਪਾਂ ਕਈ ਵਾਰੀ ਸਟਰਕਚਰਸ ਪੜ੍ਹੀਆਂ ਹੁੰਦੀਆਂ had demolished school has demolished building has erected had erected ਸੋ ਇਸ ਟਾਈਪ ਨਾਲ ਯੂਜ਼ ਕਰ ਸਕਦੇ ਹੋ ਫਿਊਚਰ ਦੇ ਵਿੱਚ ਤੁਸੀਂ ਯੂਜ਼ ਕਰਨਾ ਹੈ ਆਬਜੈਕਟ ਪਲੱਸ ਵਿਲ ਬੀ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਸਬਜੈਕਟ ਤੇ ਫਿਊਚਰ ਨੂੰ ਇੱਕ ਹੋਰ ਟਾਈਪ ਨਾਲ ਆਪਾਂ ਲਿਖ ਸਕਦੇ ਹਾਂ ਇਟ ਇਜ਼ ਪ੍ਰੈਡਿਕਟਡ ਦੈਟ ਇਟ ਇਜ਼ ਐਸਟੀਮੇਟਡ ਦੈਟ ਇਟ ਇਜ਼ ਲਾਈਕਲੀ ਟੂ ਜਾਂ ਇਟ ਇਜ਼ ਫੋਰਕਾਸਟ ਦੈਟ ਸੋ ਇਸ ਨੂੰ ਦੋ ਐਗਜ਼ਾਮਪਲਸ ਦੇ ਨਾਲ ਸ਼ੋ ਕੀਤਾ ਮੈਂ ਪਹਿਲਾ ਐਗਜ਼ਾਮਪਲ ਹੈ ਦ ਕੈਫੇ ਇਜ਼ ਲਾਈਕਲੀ ਟੂ ਬੀ ਚੇਂਜਡ ਜਿਹੜਾ ਕੈਫੇ ਹੈ ਹੋ ਸਕਦਾ ਉਹ ਚੇਂਜ ਹੋ ਜੇ ਬਾਏ ਅ ਬਾਰਬਰ ਸ਼ਾਪ ਇਨ 2025 ਇੱਕ ਬਾਰਬਰ ਸ਼ਾਪ ਨਾਲ ਜਿਹੜਾ ਕੈਫੇ ਉਹ ਚੇਂਜ ਹੋ ਜਾਵੇ ਇਟ ਇਜ਼ ਐਸਟੀਮੇਟਡ ਦੈਟ ਦ ਸਕੂਲ ਬਿਲਡਿੰਗ ਵਿਲ ਬੀ ਇੰਪਰੂਵਡ ਵਿਦ ਐਡੀਸ਼ਨ ਆਫ ਪਾਰਕ ਐਂਡ ਲਾਇਬ੍ਰੇਰੀ ਕਿ ਇਹ ਐਸਟੀਮੇਟ ਕੀਤਾ ਜਾਂਦਾ ਹੈ ਜਿਹੜੀ ਸਕੂਲ ਬਿਲਡਿੰਗ ਹੈ ਉਹ ਇੰਪਰੂਵ ਹੋ ਜੂਗੀ ਕਿਉਂਕਿ ਉਹਦੇ ਵਿੱਚ ਪਾਰਕ ਤੇ ਲਾਇਬ੍ਰੇਰੀ ਬਣਾ ਦਿੱਤੇ ਜਾਣਗੇ ਐਡੀਸ਼ਨ ਕਰ ਦਿੱਤੇ ਜਾਣਗੇ ਸੋ ਇਸ ਟਾਈਪ ਨਾਲ ਤੁਸੀਂ ਫਿਊਚਰ ਦੇ ਸੈਂਟੈਂਸਸ ਨੂੰ ਯੂਜ਼ ਕਰ ਸਕਦੇ ਹੋ ਫਸਟ ਆਫ ਆਲ ਵਰਬ ਟੂ ਡਿਸਕ੍ਰਾਈਬ ਮੈਪ ਕਿਸ ਟਾਈਪ ਦੀਆਂ ਵਰਡਸ ਆਪਾਂ ਯੂਜ਼ ਕਰਦੇ ਇੱਕ ਮੈਪ ਨੂੰ ਡਿਸਕ੍ਰਾਈਬ ਕਰਨ ਦੇ ਲਈ ਸੋ ਬਿਲਡਿੰਗ ਨੂੰ ਡਿਸਕ੍ਰਾਈਬ ਕਰਨ ਦੇ ਲਈ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਡੈਮੋਲਿਸ਼ਡ ਨੌਕ ਡਾਊਨ ਕੰਸਟਰਕਟਡ ਬਿਲਟ ਔਰ ਇਰੈਕਟਡ ਸੋ ਡੈਮੋਲਿਸ਼ਡ ਨੌਕ ਡਾਊਨ ਓਬਵੀਅਸਲੀ ਕਿਸੇ ਚੀਜ਼ ਦਾ ਟੀਅਰ ਡਾਊਨ ਹੋ ਜਾਣਾ ਅਗੇਨ ਆਈ ਐਮ ਜਸਟ ਟੈਲਿੰਗ ਯੂ ਵਾਚ ਮਾਈ ਵੋਕੈਬਲਰੀ ਵੀਡੀਓ ਡੇ 1 ਸੋ ਨੈਕਸਟ ਹੈ ਕੰਸਟਰਕਟਡ ਉਸ ਚੀਜ਼ ਨੂੰ ਬਣਾ ਦੇਣਾ ਬਿਲਟ ਬਣਾ ਦੇਣਾ ਐਂਡ ਦੈਨ ਇਰੈਕਟਡ ਦ ਅਪਾਰਟਮੈਂਟ ਵਾਜ਼ ਡੈਮੋਲਿਸ਼ਡ ਜਿਹੜਾ ਅਪਾਰਟਮੈਂਟ ਹੈ ਉਹਨੂੰ ਟੀਅਰ ਡਾਊਨ ਕਰਤਾ ਜਾਂ ਟੌਰਨ ਡਾਊਨ ਕਹਿ ਸਕਦੇ ਆਪਾਂ ਨੈਕਸਟ ਦ ਸਕੂਲ ਲੋਕੇਟਡ ਇਨ ਦ ਸਾਊਥ ਆਫ ਦ ਸਿਟੀ ਦੇ ਸਾਊਥ ਵਿੱਚ ਜਿਹੜਾ ਸਕੂਲ ਸੀ ਦੇਖੋ ਇੱਥੇ ਵੀ ਇਨ ਦਾ ਲੱਗਿਆ ਇਨ ਕਿਉਂ ਲੱਗਿਆ ਕਿਉਂਕਿ ਇੱਕ ਸਿਟੀ ਦਾ ਫੋਰ ਐਗਜ਼ਾਮਪਲ ਮੈਪ ਹੈ ਉਸ ਸਿਟੀ ਦੇ ਵਿੱਚ ਜਿਹੜਾ ਸਕੂਲ ਹੈ ਤਾਂ ਕਰਕੇ ਆਪਾਂ ਇਨ ਲੱਗਿਆ ਜੇ ਆਪਾਂ ਕਹਿੰਦੇ ਕਿ ਹੋਟਲ ਦੇ ਨਾਲ ਜਿਹੜਾ ਸਕੂਲ ਹੈ ਤਾਂ ਆਪਾਂ ਟੂ ਲਾਉਣਾ ਸੀਗਾ ਸੋ ਇੱਥੇ ਕੀ ਹੈ ਸਿਟੀ ਦੇ ਵਿੱਚ ਜਿਹੜਾ ਸਕੂਲ ਹੈ ਸੋ ਦ ਸਕੂਲ ਲੋਕੇਟਡ ਇਨ ਦ ਸਿਟੀ ਆਫ ਦ in the south of the city was knocked down ਉਹ ਕੀ ਹੈ ਪੂਰੀ ਤਰ੍ਹਾਂ turn down ਹੋ ਗਿਆ demolished ਵੀ ਕਹਿ ਸਕਦੇ ਹਾਂ ਆਪਾਂ knock down ਨੂੰ to make way for a car park ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਕੋਈ ਚੀਜ਼ ਨੂੰ ਰਾਹ ਦੇਣਾ ਉੱਥੇ ਆਪਾਂ ਕੀ ਲਿਖਣਾ ਹੈ to make way so obviously ਇੱਥੇ ਆਪਾਂ ਕੀ ਲਿਖਿਆ ਕਿ ਕਾਰ ਪਾਰਕ ਨੂੰ ਰਾਹ ਦੇਣ ਦੇ ਲਈ next the building was erected on the bank of the river ਕਿ ਜਿਹੜੇ ਬਿਲਡਿੰਗ ਹੈ ਉਹ bank of the river ਤੇ erect ਕਰ ਦਿੱਤੀ ਗਈ ਹੈ next one areas
ਏਰੀਆਜ਼ ਨੂੰ ਡਿਫਾਈਨ ਕਰਨ ਦੇ ਲਈ ਦ ਨਿਊ ਰੈਜ਼ੀਡੈਂਸ਼ੀਅਲ ਏਰੀਆ ਵਾਸ ਬਿਲਟ ਇਨ ਦ ਪਲੇਸ ਆਫ ਦ ਪਾਰਕ, ਕਿ ਇੱਕ ਨਵਾਂ ਰੈਜ਼ੀਡੈਂਸ਼ੀਅਲ ਏਰੀਆ ਪਾਰਕ ਦੇ ਪਲੇਸ ਤੇ ਬਣਾ ਦਿੱਤਾ ਗਿਆ। ਰੈਜ਼ੀਡੈਂਸ਼ੀਅਲ ਏਰੀਆ ਕੀ ਹੁੰਦਾ, ਆਈ ਵਿਲ ਡਿਸਕ੍ਰਾਈਬ ਲੇਟਰ ਇਨ ਦਿਸ ਵੀਡੀਓ। ਨੈਕਸਟ, ਇਹ ਗੋਲਫ ਕੋਰਸ ਵਾਸ ਕੰਸਟਰਕਟਡ ਟੂ ਦ ਵੈਸਟ ਆਫ ਦ ਏਅਰਪੋਰਟ, ਏਅਰਪੋਰਟ ਦੇ ਵੈਸਟ ਤੇ ਵੀ ਇੱਕ ਗੋਲਫ ਕੋਰਸ ਨੂੰ ਕੰਸਟਰਕਟ ਕਰ ਦਿੱਤਾ ਗਿਆ ਹੈ। ਦ ਪਾਰਕ ਇਜ਼ ਡਿਸਅਪੀਅਰਡ, ਜਿਹੜਾ ਪਾਰਕ ਹੈ ਪੂਰੀ ਤਰ੍ਹਾਂ ਖਤਮ ਹੋ ਗਿਆ, ਡਿਸਅਪੀਅਰ ਹੋ ਗਿਆ। ਸੋ ਟਰੀਜ਼ ਦੇ ਲਈ ਤੁਸੀਂ ਕਿਸ ਟਾਈਪ ਦੀਆਂ ਵਰਬਸ ਯੂਜ਼ ਕਰ ਸਕਦੇ ਹੋ, ਕੱਟ ਡਾਊਨ ਕਹਿ ਸਕਦੇ ਹੋ, ਚੌਪਡ ਡਾਊਨ ਕਹਿ ਸਕਦੇ ਹੋ, ਰਿਮੂਵ ਕਹਿ ਸਕਦੇ ਹੋ, ਅਪਰੂਟਡ ਵੀ ਕਹਿ ਸਕਦੇ ਹੋ, ਬਟ ਮੇਕ ਸ਼ੋਰ ਤੁਸੀਂ ਇਹਨੂੰ ਟੀਅਰ ਡਾਊਨ ਨਹੀਂ ਕਹਿ ਸਕਦੇ। ਟੀਅਰ ਡਾਊਨ ਆਪਾਂ ਬਿਲਡਿੰਗਸ ਦੇ ਲਈ ਯੂਜ਼ ਕਰਦੇ ਹਾਂ। ਸੋ ਨੈਕਸਟ, ਇਨ ਦ ਨਾਰਥ ਆਫ ਦ ਰਿਵਰ, ਰਿਵਰ ਦੇ ਨਾਰਥ all trees were cut down, chopped down, ਜਿੰਨੀਆਂ trees ਸੀਗੀਆਂ ਉਹ cut down ਹੋ ਗਈਆਂ and chopped down ਹੋ ਗਈਆਂ। all the trees were removed ਜਾਂ uprooted and replaced by a factory, ਸਾਰੀਆਂ ਟਰੀਜ਼ ਨੂੰ ਅਪਰੂਟਡ ਕਰਤਾ ਤੇ ਜਿਹੜੀ ਜਗ੍ਹਾ ਸੀ ਉਹ ਫੈਕਟਰੀ ਨਾਲ ਰਿਪਲੇਸ ਕਰ ਦਿੱਤੀ। ਨੈਕਸਟ, ਫੈਕਟਰੀਜ਼ ਔਰ ਫੈਸਿਲਿਟੀਜ਼, ਇਹਦੇ ਲਈ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਅਸਟੈਬਲਿਸ਼ਡ ਵਰਡ ਯੂਜ਼ ਕਰ ਸਕਦੇ ਹਾਂ, ਇੰਸਟਾਲਡ ਵਰਡ ਯੂਜ਼ ਕਰ ਸਕਦੇ ਹਾਂ, ਪਲੇਸਡ ਔਰ ਪੁੱਟ ਇਨ। ਪੁੱਟ ਦੀ ਥਰਡ ਫਾਰਮ ਵੀ ਪੁੱਟ ਹੁੰਦੀ ਹੈ, ਸੈਕੰਡ ਫਾਰਮ ਵੀ ਪੁੱਟ ਆ। ਸੋ ਐਨ ਏਅਰਪੋਰਟ ਵਾਜ਼ ਅਸਟੈਬਲਿਸ਼ਡ, ਇੱਕ ਏਅਰਪੋਰਟ ਨੂੰ ਸਟੈਬਲਿਸ਼ ਕੀਤਾ ਗਿਆ ਜਾਂ ਇੰਸਟਾਲ ਕੀਤਾ ਗਿਆ। ਨੋਟ, ਡੋਂਟ ਸੇ ਅ ਹਾਊਸ ਵਾਜ਼ ਇੰਸਟਾਲਡ ਔਰ ਅਸਟੈਬਲਿਸ਼ਡ। ਯੈਸ, ਆਈ ਨਹੀਂ ਕਹਿਣਾ ਕਿ ਇੱਕ ਘਰ ਜਿਹੜਾ ਹੈ ਉਹਨੂੰ ਵੀ ਇੰਸਟਾਲ ਕਰ ਦਿੱਤਾ ਗਿਆ ਜਾਂ ਅਸਟੈਬਲਿਸ਼ ਕਰ ਦਿੱਤਾ ਗਿਆ। ਇਟ ਇਜ਼ ਟੋਟਲੀ ਰੋਂਗ, ਰਾਈਟ। ਵੈਸੇ ਤਾਂ ਆਪਾਂ ਨੂੰ ਲੱਗ ਰਿਹਾ ਕਿ ਇਹ ਚੀਜ਼ ਮੀਨਿੰਗ ਸੇਮ ਆ, ਸੋ ਹੋ ਸਕਦਾ ਹੈ ਜਿਹੜੇ ਤੁਹਾਡੇ ਟੀਚਰਸ ਹੋਣਗੇ ਉਹ ਸਹੀ ਕਰਨਗੇ, ਬਟ ਇਟਸ ਨਾਟ ਕਰੈਕਟ। ਇਹਦੇ ਲਈ ਤੁਸੀਂ ਹਾਊਸ ਲਈ ਜਾਂ ਰੈਜ਼ੀਡੈਂਸ਼ੀਅਲ ਏਰੀਆ ਲਈ ਇੰਸਟਾਲਡ ਜਾਂ ਐਸਟੈਬਲਿਸ਼ ਵਰਡ ਯੂਜ਼ ਨਹੀਂ ਕਰ ਸਕਦੇ। ਨੈਕਸਟ, ਏਰੀਆਜ਼ ਐਂਡ ਜ਼ੋਨਸ, ਇਹ ਐਨ ਅਰਬਨ ਏਰੀਆ। ਅਰਬਨ ਏਰੀਆ ਕੀ ਹੁੰਦਾ, ਇੱਕ ਸਿਟੀ ਨੂੰ ਕਿਹਾ ਜਾਂਦਾ, ਆਪ ਸਭ ਫੈਮਿਲੀਅਰ ਹੈ, ਤੇ ਰੂਰਲ ਏਰੀਆ ਇੱਕ ਕੰਟਰੀ ਸਾਈਡ ਨੂੰ ਕਿਹਾ ਗਿਆ, ਇਹ ਵੀ ਆਪਾਂ ਫੈਮਿਲੀਅਰ ਹੈ। ਨੈਕਸਟ ਦੇਖੋ, ਇੰਡਸਟਰੀਅਲ ਏਰੀਆ ਕੀ ਹੁੰਦਾ, ਜਿੱਥੇ ਫੈਕਟਰੀ ਹੋਵੇ, ਕੋਈ ਮੈਨੂਫੈਕਚਰਿੰਗ ਚੀਜ਼ ਚੱਲ ਰਹੀ ਹੋਵੇ, ਕੋਈ ਚੀਜ਼ ਪ੍ਰੋਸੈਸਿੰਗ ਦੇ ਵਿੱਚ ਹੋਵੇ, ਦੈਟ ਇਜ਼ ਕਾਲਡ ਐਨ ਇੰਡਸਟਰੀਅਲ ਏਰੀਆ। ਨੈਕਸਟ, ਰੈਜ਼ੀਡੈਂਸ਼ੀਅਲ ਹਾਊਸਿਸ, ਸੌਰੀ ਰੈਜ਼ੀਡੈਂਸ਼ੀਅਲ ਏਰੀਆ, ਇਟ ਮੀਨਸ ਦੈਟ ਹਾਊਸਿਸ ਜਿੱਥੇ ਲੋਕ ਰਹਿੰਦੇ ਆ, ਬਹੁਤ ਸਾਰੇ ਹਾਊਸਿਸ ਬਣੇ ਹੋਣ, ਦੈਟ ਇਜ਼ ਕਾਲਡ ਰੈਜ਼ੀਡੈਂਸ਼ੀਅਲ ਏਰੀਆ। ਰੀਕ੍ਰੀਏਸ਼ਨਲ ਏਰੀਆ ਐਂਡ ਐਂਟਰਟੇਨਮੈਂਟ, ਨਾਓ ਰੀਕ੍ਰੀਏਸ਼ਨਲ ਏਰੀਆ ਐਂਡ ਐਂਟਰਟੇਨਮੈਂਟ ਕੀ ਹੁੰਦਾ, ਲੈਟਸ ਡਿਸਕਸ ਇਟ। ਵੀ ਯੂਜ਼, ਇਹਨੂੰ ਨੋਟ ਦੇ ਵਿੱਚ ਲੈ ਲੈਣਾ ਤੁਸੀਂ, ਇਹਨੂੰ ਸਾਰੇ ਨੋਟਸ ਨੂੰ ਉਹਦੀ ਨੋਟਬੁੱਕ ਦੇ ਵਿੱਚ ਬਣਾ ਲਿਓ। ਸੋ ਵੀ ਯੂਜ਼ ਰੀਕ੍ਰੀਏਸ਼ਨਲ ਏਰੀਆ ਟੂ ਯੂਜ਼ੁਅਲੀ ਟਾਕ ਅਬਾਊਟ ਥਿੰਗਸ, ਆਪਾਂ ਕੀ ਕਰਦੇ ਹਾਂ, ਰੀਕ੍ਰੀਏਸ਼ਨਲ ਏਰੀਆ ਨੂੰ ਯੂਜ਼ ਕਰਦੇ ਹਾਂ ਅਕਸਰ ਚੀਜ਼ਾਂ ਦੇ ਬਾਰੇ ਗੱਲ ਕਰਨ ਲਈ, ਜਿਵੇਂ ਕਿ ਪਾਰਕਸ ਹੋ ਗਿਆ, ਅਦਰ ਗ੍ਰੀਨ ਏਰੀਆਜ਼ ਹੋ ਗਏ, ਦੈਟ ਪੀਪਲ ਡੂ ਐਕਟੀਵਿਟੀਜ਼, ਜਿੱਥੇ ਲੋਕ ਐਕਟੀਵਿਟੀ ਮਤਲਬ ਆਪਣਾ ਫਨ ਕਰਦੇ ਆ, ਰਾਈਟ, ਉਹ ਹੋ ਗਏ ਰੀਕ੍ਰੀਏਸ਼ਨਲ ਏਰੀਆਜ਼। ਐਂਟਰਟੇਨਮੈਂਟ ਏਰੀਆਜ਼ ਕਿਹੜੇ ਹੁੰਦੇ ਆ, ਇਜ਼ ਐਕਚੁਅਲੀ ਪਾਰਟ ਆਫ ਅ ਕਮਰਸ਼ੀਅਲ ਏਰੀਆ, ਇਹ ਇੱਕ ਕਮਰਸ਼ੀਅਲ ਏਰੀਆ ਮਤਲਬ ਪੈਸੇ ਦਾ ਪਾਰਟ ਹੁੰਦੇ ਆ। ਵੈਨ ਯੂ ਗੋ ਟੂ ਸਿੰਗ ਮਿਊਜ਼ਿਕ, ਕਿਤੇ ਆਪਾਂ ਮਿਊਜ਼ਿਕ ਗਾਉਣ ਦੇ ਲਈ ਜਾਂਦੇ ਹਾਂ, ਓਬਵੀਅਸਲੀ ਆਪਾਂ ਪੇ ਕਰਦੇ ਹਾਂ। ਔਰ ਵੈਨ ਯੂ ਗੋ ਐਂਡ ਵਾਚ ਫਿਲਮ ਐਟ ਥੀਏਟਰ, ਉਦੋਂ ਵੀ ਆਪਾਂ ਕੀ ਕਰਦੇ ਹਾਂ, ਪੇ ਕਰਦੇ ਹਾਂ। ਸੋ ਆਪਾਂ ਇਹਦੇ ਨਾਲ ਲਿਖ ਲੈਂਦੇ ਹਾਂ, ਯੂ ਹੈਵ ਟੂ ਸਪੈਂਡ ਮਨੀ ਦੇਅਰ, ਜਿੱਥੇ ਤੁਸੀਂ ਮਨੀ ਨੂੰ ਹੈਵ ਟੂ ਸਪੈਂਡ, ਇੱਕ ਮਿੰਟ, ਯੂ ਹੈਵ ਟੂ ਸਪੈਂਡ, ਲਿਟਲ ਬਿਟ ਮਿਸਟੇਕ, ਯੂ ਹੈਵ ਟੂ ਸਪੈਂਡ, ਜਿੱਥੇ ਤੁਸੀਂ ਮਨੀ ਨੂੰ ਸਪੈਂਡ ਕਰਨਾ ਹੋਵੇ, ਦੈਟ ਇਜ਼ ਕਾਲਡ ਐਂਟਰਟੇਨਮੈਂਟ ਏਰੀਆ। ਰੀਕ੍ਰੀਏਸ਼ਨਲ ਏਰੀਆ, ਤੁਹਾਨੂੰ ਸਪੀਕਿੰਗ ਵਿੱਚ ਵੀ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ। ਰੀਕ੍ਰੀਏਸ਼ਨਲ ਏਰੀਆ ਜਿੱਥੇ ਆਪਾਂ ਫ੍ਰੀ ਆਫ ਕੋਸਟ ਜਾਂਦੇ ਹਾਂ, ਲਾਈਕ ਪਾਰਕਸ, ਗਾਰਡਨਸ ਔਰ ਅਦਰ ਗ੍ਰੀਨ ਏਰੀਆਜ਼। ਐਂਟਰਟੇਨਮੈਂਟ ਏਰੀਆਜ਼ ਹੁੰਦੇ ਆ ਜਿੱਥੇ ਆਪਾਂ ਮਨੀ ਨੂੰ ਸਪੈਂਡ ਕਰਦੇ ਹਾਂ, ਦੈਨ ਆਪਾਂ ਇੰਜੋਏ ਕਰਦੇ ਹਾਂ, ਦੈਟ ਇਜ਼ ਕਾਲਡ ਐਂਟਰਟੇਨਮੈਂਟ ਏਰੀਆ। ਸੋ ਟਰਾਈ ਟੂ ਮੇਕ ਡਿਫਰੈਂਸ ਇਨ ਬੋਥ ਆਫ them. Next one, sample of combining the line. This is not the sample of an map, this is the sample of combining the lines. Lines ਨੂੰ combine ਕਰਨ ਦਾ ਇੱਕ sample ਹੈ। map ਦਾ sample ਮੈਂ part 2 ਦੇ ਵਿੱਚ discuss ਕਰੂੰਗੀ, plus ਹੋਰ information map ਦੇ ਥੋੜੇ notes ਨੂੰ discuss ਕਰਾਂਗੇ। On the west side of the river, river ਦੇ west side ਦੇ ਵਿੱਚ trees were cut down, trees cut down ਹੋ ਗਈਆਂ ਸੀ ਜਾਂ chop down। ਮੈਂ ਤੁਹਾਨੂੰ ਦੱਸਿਆ ਕਿ ਉੱਪਰ ਜੋ ਵੀ ਆਪਾਂ vocab ਜਾਂ ਜੋ ਵੀ notes discuss ਕੀਤੇ ਆ ਉਹਨੂੰ ਆਪਾਂ ਕਿੱਦਾਂ use ਕਰ ਸਕਦੇ ਹਾਂ ਆਪਦੀ lines ਦੇ ਵਿੱਚ। So there were cut down or chopped down and replaced by trees, ਜਿਹੜੀਆਂ ਸੀ ਉਹ ਡਾਊਨ ਕਰਤੀਆਂ, ਬਿਲਕੁਲ ਸਾਫ਼ ਕਰਤੇ, ਐਂਡ ਰਿਪਲੇਸਡ ਬਾਈ ਅ ਸਟੇਡੀਅਮ ਬਾਈ 2010। ਹੁਣ ਦੇਖੋ, ਈਅਰ ਲਿਖਣ ਲਈ ਤੁਸੀਂ ਬਾਏ ਵੀ ਯੂਜ਼ ਕਰ ਸਕਦੇ ਹੋ, ਇਨ ਵੀ ਯੂਜ਼ ਕਰ ਸਕਦੇ ਹੋ। ਸੋ 2010 ਦੇ ਵਿੱਚ ਉਹ ਕਾਹਦੇ ਨਾਲ ਰਿਪਲੇਸ ਕਰਤੀ, ਸਟੇਡੀਅਮ ਦੇ ਨਾਲ। ਇਨ ਦਾ ਸਾਊਥ ਦੇ ਵਿੱਚ ਐਨ ਅਪਾਰਟਮੈਂਟ ਬਿਲਡਿੰਗ, ਇੱਕ ਅਪਾਰਟਮੈਂਟ ਬਿਲਡਿੰਗ ਹੈ, ਇੱਕ ਕੰਪਲੈਕਸ ਹੈ, ਵਾਸ ਕੰਸਟਰਕਟਡ, ਉਹਨੂੰ ਕੰਸਟਰਕਟਡ ਲਾਈਕ ਕਹਿ ਸਕਦੇ, ਬਿਲਡ ਵੀ ਕਹਿ ਸਕਦੇ ਹੋ ਤੁਸੀਂ, ਬਿਲਟ ਆ ਜਾਊਗਾ ਇੱਥੇ, ਬਿਟਵੀਨ ਸਮ ਪ੍ਰਾਈਵੇਟ ਹੋਮਸ ਐਂਡ ਅ ਰਿਵਰ, ਪ੍ਰਾਈਵੇਟ ਹੋਮਸ ਤੇ ਰਿਵਰ, ਬਿਟਵੀਨ ਇੱਕ ਬਹੁਤ ਹੀ ਅੱਛਾ ਵਰਡ ਹੈ, ਤੁਸੀਂ ਇਹਨੂੰ ਆਪਦੇ ਮੈਪ ਦੇ ਵਿੱਚ ਯੂਜ਼ ਕਰ ਸਕਦੇ। ਜਦੋਂ ਦੋ ਚੀਜ਼ਾਂ ਦੇ ਵਿੱਚ ਕੋਈ ਚੀਜ਼ ਨੂੰ ਕੰਸਟਰਕਟ ਕੀਤਾ ਜਾਵੇ ਤਾਂ ਉਦੋਂ ਆਪਾਂ ਕੀ ਯੂਜ਼ ਕਰਦੇ ਹਾਂ, ਬਿਟਵੀਨ ਯੂਜ਼ ਕਰਦੇ ਹਾਂ। ਮੀਨਸ ਜਦੋਂ ਇਹਦੇ ਵਿੱਚ ਦਿੱਤੀ ਹੋਈ ਇੱਕ ਰਿਵਰ
प्लस होम, ਉਹਨਾਂ ਦੋਨਾਂ ਦੇ ਵਿੱਚ ਇੱਕ ਕੰਪਲੈਕਸ ਬਣਾਇਆ ਗਿਆ ਹੈ। ਸੋ ਉਸ ਨੂੰ ਆਪਾਂ ਬਿਟਵੀਨ ਲਾਤਾ। looking at or to the east, looking at or to the east, ਜੇ ਈਸਟ ਵਨੀ ਦੇਖੀਏ ਆਪਾਂ, ਜਦੋਂ ਆਪਾਂ ਈਸਟ ਵਨੀ ਜਾਂਦੇ ਆ, ਇਹ ਹੋਟਲ was built or erected along the river, ਇੱਕ ਹੋਟਲ ਨੂੰ ਬਣਾ ਦਿੱਤਾ ਗਿਆ along the river। ਦੇਖੋ ਮੈਂ ਤੁਹਾਨੂੰ along ਦਾ ਪਿੱਛੇ ਦੱਸਿਆ ਸੀਗਾ, ਹੁਣ ਮੈਂ ਉਹਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਉਹਨੂੰ ਯੂਜ਼ ਕਰਨਾ ਹੈ। an industrial area ਜਾਂ zone was demolished, ਹੁਣ ਏਰੀਆ ਨੂੰ ਤੁਸੀਂ ਜ਼ੋਨ ਵੀ ਲਿਖ ਸਕਦੇ ਹੋ, ਇਹ ਵੀ ਆਪਾਂ ਉੱਪਰ ਡਿਸਕਸ ਕੀਤਾ ਹੈ ਕਿ ਇੰਡਸਟਰੀਅਲ ਏਰੀਆ ਜਾਂ ਜ਼ੋਨ ਨੂੰ ਕੀ ਕੀਤਾ ਗਿਆ, ਡੈਮੋਲਿਸ਼ ਕੀਤਾ ਗਿਆ ਹੈ। ਐਂਡ ਰਿਪਲੇਸਡ ਬਾਏ, ਉਹਨੂੰ ਰਿਪਲੇਸ ਕਰਤਾ, ਜਾਂ ਫਿਰ ਉੱਥੇ ਮੇਡ ਵੇ ਫੋਰ, ਇਹ ਵੀ ਮੈਂ ਤੁਹਾਨੂੰ ਦੱਸਿਆ ਟੂ ਲੱਗੂਗਾ ਤਾਂ ਮੇਕ ਲੱਗੂਗਾ, ਨਹੀਂ ਤਾਂ ਮੇਡ ਅ ਵੇ ਫੋਰ ਆ ਜਾਊਗਾ। ਮੇਡ ਵੇ ਫੋਰ ਦਾ ਡਿਵੈਲਪਮੈਂਟ ਆਫ, ਇਹਨੂੰ ਯੂਜ਼ ਕਰ ਸਕਦੇ ਹੋ, ਜਾਂ ਟਰਾਂਸਫਾਰਮਡ ਇਨਟੂ, ਉਸ ਚੀਜ਼ ਨੂੰ ਚੇਂਜ ਕਰਤਾ, ਇਹ ਵੀ ਯੂਜ਼ ਕਰ ਸਕਦੇ ਹੋ, ਜਾਂ ਕਨਵਰਟਡ ਇਨਟੂ ਅ ਗੋਲਫ ਕੋਰਸ। ਹੁਣ ਇੰਨੇ ਸਾਰੀ ਤੁਹਾਨੂੰ ਵੋਕੈਬ ਦਿੱਤੀ, ਇੰਨੇ ਸਾਰੀ ਚੀਜ਼ਾਂ, ਸੋ ਤੁਸੀਂ ਕੁਛ ਵੀ ਯੂਜ਼ ਕਰ ਸਕਦੇ ਹੋ। ਇਨ ਦਾ ਸੈਂਟਰ ਦੇ ਵਿੱਚ ਜਾਂ ਸੈਂਟਰਲ ਏਰੀਆ ਦੇ ਵਿੱਚ ਐਨ ਏਅਰਪੋਰਟ ਵਾਜ਼ ਐਸਟੈਬਲਿਸ਼ਡ, ਮੈਂ ਤੁਹਾਨੂੰ ਦੱਸਿਆ ਸੀ ਏਅਰਪੋਰਟ ਐਸਟੈਬਲਿਸ਼ ਹੋਊਗਾ, ਹਾਊਸਿਸ ਲਈ ਤੁਸੀਂ ਐਸਟੈਬਲਿਸ਼ ਵਰਡ ਜਾਂ ਇੰਟਰੋਡਿਊਸ ਵਰਡ ਨਹੀਂ ਲਾਉਣਾ। ਸੋ ਜਸਟ ਟੂ ਦਾ ਵੈਸਟ ਆਫ ਦਾ ਲੇਕ ਦੇ ਜਸਟ ਵੈਸਟ ਦੇ ਵਿੱਚ ਬਾਈ 2010, ਹੁਣ ਦੇਖੋ ਉੱਪਰ ਜੋ ਆਪਾਂ ਗੱਲ ਕੀਤੀ ਸੀ ਬਾਈ 2010, ਉਹ ਆਪਾਂ ਕੀ ਸੀ, ਫੁੱਲ ਸਟਾਪ ਤੋਂ ਪਹਿਲਾਂ ਲਾਇਆ ਸੀ, ਮਤਲਬ ਲਾਈਨ ਦੇ ਲਾਸਟ ਵਿੱਚ ਲਾਇਆ ਸੀਗਾ, ਤਾਂ ਇੱਕ ਕੋਮਾ ਆਇਆ ਸੀਗਾ। ਇੱਥੇ ਦੇਖੋ ਇਹਨਾਂ ਨੇ ਬਾਈ 2010 ਲਾਈਨ ਦੇ ਵਿੱਚ ਐਡ ਕੀਤਾ, ਕੋਹੀਜ਼ਨ ਕੋਹਰੈਂਸ ਮੇਨਟੇਨ ਕੀਤਾ। ਸਰ ਤੁਸੀਂ ਕੀ ਕਰਨਾ ਹੈ, ਇਸ ਨੂੰ ਜੋ ਐਕਸਟਰਾ ਦੇ ਵਿੱਚ ਇਨਫੋਰਮੇਸ਼ਨ ਹੁੰਦੀ ਹੈ, ਜਾਂ ਉਹ ਇਨਫੋਰਮੇਸ਼ਨ ਫਸਟ ਵਿੱਚ ਲਾ ਸਕਦੇ ਹਾਂ, ਜਾਂ ਫਿਰ ਉਹ ਇਨਫੋਰਮੇਸ਼ਨ ਆਪਾਂ ਲਾਸਟ ਵਿੱਚ ਲਾ ਸਕਦੇ ਹਾਂ। ਉਸ ਇਨਫੋਰਮੇਸ਼ਨ ਨੂੰ ਜਦੋਂ ਆਪਾਂ ਇਨ ਬਿਟਵੀਨ ਲਾਈਨ ਲਾਉਂਦੇ, ਜਦੋਂ ਲਾਈਨ ਨੋਟ ਬਿਟਵੀਨ, ਜਦੋਂ ਲਾਈਨ ਦੇ ਵਿੱਚ ਲਾਉਂਦੇ ਹਾਂ, ਤਾਂ ਉਦੋਂ ਆਪਾਂ ਕੀ ਕਰਦੇ, ਉਸ ਨੂੰ ਦੋ ਕੋਮਾਸ ਦੇ ਨਾਲ ਪੈਕ ਕਰ ਦਿੰਦੇ ਹਾਂ, ਉਹਨੂੰ ਦੋ ਕੋਮਾ ਦੇ ਵਿੱਚ ਰੱਖ ਦਿੰਦੇ ਹਾਂ। ਰੈਜ਼ੀਡੈਂਸ਼ੀਅਲ ਏਰੀਆ ਵਾਸ ਡਿਵੈਲਪਡ ਆਫਟਰ ਟਰੀਜ਼ ਵਾਰ ਰਿਮੂਵਡ, ਇੱਕ ਰੈਜ਼ੀਡੈਂਸ਼ੀਅਲ ਏਰੀਆ ਡਿਵੈਲਪ ਕੀਤਾ ਗਿਆ ਜਦੋਂ ਟਰੀਜ਼ ਨੂੰ ਰਿਮੂਵ ਕਰਨ ਤੋਂ ਬਾਅਦ। ਸੋ ਇਹ ਸੀਗਾ ਲਾਈਨ ਕੰਬਾਈਨਿੰਗ ਲਾਈਨਸ, ਕਿ ਆਪਾਂ ਕਿਵੇਂ ਲਾਈਨਸ ਕੰਬਾਈਨ ਕਰ ਰਹੇ ਹਾਂ। ਇਹਦੇ ਵਿੱਚ ਆਪਾਂ ਕਿੰਨਾ ਕੁਝ ਸਿੱਖਿਆ ਕਿ ਕਿਸ ਟਾਈਪ ਨਾਲ ਆਪਣਾ ਸੈਂਟੈਂਸ ਬਣਾਉਣੇ ਆ, ਕਿਹੜੇ ਕਿਹੜੇ ਵਰਡਸ ਆਪਾਂ ਯੂਜ਼ ਕਰਨੇ, ਕਿਹੜੇ ਵਰਡਸ ਆਪਾਂ ਕਿੱਥੇ ਯੂਜ਼ ਨਹੀਂ ਕਰਨੇ, ਹਾਲਾਂਕਿ ਉਹਨਾਂ ਦਾ ਮੀਨਿੰਗ ਸੇਮ ਹੁੰਦਾ ਹੈ। ਸੋ ਇਹਨਾਂ ਨੂੰ ਪਲੀਜ਼ ਬਰੀਫਲੀ ਤੁਸੀਂ ਅੰਡਰਸਟੈਂਡ ਕਰਨਾ ਹੈ। ਇਸ ਵੀਡੀਓ ਨੂੰ ਦੇਖੋ, ਦੁਬਾਰੇ ਦੇਖੋ, ਤਾਂ ਕਿ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣ। ਦਿਸ ਇਜ਼ ਦਾ ਪਾਰਟ 1, I will upload the part 2 tomorrow, so that you will get more information how to write the map. Even I will also upload a sample answer of map. So keep subscribe my channel and share it with your other friends, so that they will also take some benefits from it. So if you have more needs, तो किसी चीज़ दी need है, कोई writing दे ऊपर, कोई speaking दे ऊपर, you can comment me in a comment box, so that I will upload the videos. So let's move in the next video. Thank you. Bye.